ਸਟੂਡੈਂਟਸ, ਹੁਣ ਆਪਾਂ ਇੱਕ ਐਕਟੀਵਿਟੀ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਿਫਲੈਕਸ਼ਨ ਆਫ ਲਾਈਟ ਯਾਨੀ ਕਿ ਪ੍ਰਕਾਸ਼ ਦਾ ਪਰਾਵਰਤਨ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ। ਤਾਂ ਮੇਰੇ ਕੋਲ ਬੇਟਾ ਇੱਕ ਗੱਤੇ ਦਾ ਡੱਬਾ ਹੈ ਔਰ ਇਸ ਗੱਤੇ ਦੇ ਡੱਬੇ ਦੇ ਵਿੱਚ ਮੈਂ ਇੱਕ ਆਇਤਾਕਾਰ ਯਾਨੀ ਕਿ ਰੈਕਟੈਂਗੂਲਰ ਜਿਹੜੀ ਸਲਿੱਟ ਹੈ ਉਹ ਬਲੇਡ ਦੇ ਨਾਲ ਕੱਟੀ ਹੈ ਔਰ ਇਸ ਸਲਿੱਟ ਦੇ ਵਿੱਚੋਂ ਬਾਹਰ ਤੋਂ ਬਲਬ ਦੀ ਰੋਸ਼ਨੀ ਜਿਹੜੀ ਹੈ ਉਹ ਪ੍ਰਕਾਸ਼ ਦੀ ਕਿਰਨ ਦੇ ਰੂਪ ਵਿੱਚ ਇਨ ਦਾ ਫਾਰਮ ਆਫ ਰੇ ਆਫ ਲਾਈਟ ਉਹ ਬਾਕਸ ਦੇ ਅੰਦਰ ਆ ਰਹੀ ਹੈ। ਤੇ ਆਪਾਂ ਹੁਣ ਦੇਖਦੇ ਹਾਂ ਕਿ ਵੀ ਜਿਹੜਾ ਹੈ ਇਹ ਰੇ ਆਫ ਲਾਈਟ ਦੇ ਨਾਲ ਆਪਾਂ ਰਿਫਲੈਕਸ਼ਨ ਯਾਨੀ ਪ੍ਰਕਾਸ਼ ਦਾ ਪਰਾਵਰਤਨ ਸਮਝਦੇ ਹਾਂ। ਮੇਰੇ ਹੱਥ ਦੇ ਵਿੱਚ ਬੇਟਾ ਪਲੇਨ ਮਿਰਰ ਹੈ, ਸਮਤਲ ਦਰਪਣ, ਤੇ ਹੁਣ ਇਸ ਸਮਤਲ ਦਰਪਣ ਨੂੰ ਮੈਂ ਇਸ ਬਾਕਸ ਦੇ ਵਿੱਚ ਰੱਖਣ ਲੱਗਿਆ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਹੈ ਦਿਖਾਈ ਦੇ ਰਿਹਾ ਹੈ ਕਿ ਜਦੋਂ ਪ੍ਰਕਾਸ਼ ਦੀ ਕਿਰਨ ਜਿਹੜੀ ਹੈ ਉਹ ਇਸ ਸਮਤਲ ਦਰਪਣ ਦੇ ਸਰਫੇਸ ਦੇ ਉੱਪਰ ਸਟ੍ਰਾਈਕ ਕਰਦੀ ਹੈ ਤਾਂ ਇੱਕਦਮ ਹੀ ਉਹ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਸੇ ਮਾਧਿਅਮ ਦੇ ਵਿੱਚ ਵਾਪਸ ਮੁੜ ਜਾਂਦੀ ਹੈ। ਇਸ ਪ੍ਰਕਾਸ਼ ਦੇ ਵਰਤਾਰੇ ਨੂੰ ਅਸੀਂ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਾਂ। ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਬੇਟਾ ਜਿਸ ਮਾਧਿਅਮ ਦੇ ਵਿੱਚੋਂ ਆ ਰਹੀ ਸੀ ਯਾਨੀ ਹਵਾ ਦੇ ਵਿੱਚੋਂ ਆ ਰਹੀ ਹੈ ਤਾਂ ਉਹ ਦਰਪਣ ਦੇ ਨਾਲ ਯਾਨੀ ਮਿਰਰ ਤੇ ਸਟ੍ਰਾਈਕ ਕਰਨ ਤੋਂ ਬਾਅਦ ਉਹ ਹਵਾ ਦੇ ਵਿੱਚ ਹੀ ਯਾਨੀ ਉਸੇ ਮਾਧਿਅਮ ਦੇ ਵਿੱਚ ਹੀ ਵਾਪਸ ਮੁੜ ਗਈ। there is no change in the medium but there is only change in the direction of light। ਸੋ ਇਹ ਹੈ ਰਿਫਲੈਕਸ਼ਨ ਆਫ ਲਾਈਟ। ਤੇ ਹੁਣ ਤੁਸੀਂ ਦੇਖੋ ਕਿ ਜਦੋਂ ਮੈਂ ਐਂਗਲ ਚੇਂਜ ਕਰਦਾ, ਜੇ ਮੈਂ ਮਿਰਰ ਨੂੰ ਹਲਕਾ ਹਲਕਾ ਰੋਟੇਟ ਵੀ ਕਰ ਰਿਹਾ ਤਾਂ ਜਦੋਂ ਰੋਟੇਟ ਕਰਨ ਨਾਲ ਕੀ ਚੇਂਜ ਹੋ ਰਿਹਾ? ਐਂਗਲ ਆਫ ਇੰਸੀਡੈਂਸ। ਐਂਗਲ ਆਫ ਇੰਸੀਡੈਂਸ ਚੇਂਜ ਹੁੰਦਾ ਤਾਂ ਐਂਗਲ ਆਫ ਰਿਫਲੈਕਸ਼ਨ ਵੀ ਚੇਂਜ ਹੋ ਰਿਹਾ ਹੈ। ਠੀਕ ਹੈ, ਆਪਾਂ ਲਾਜ਼ ਆਫ ਰਿਫਲੈਕਸ਼ਨ ਦੇ ਵਿੱਚ ਹੁਣੇ ਇਹ ਸਮਝੇ ਹੈ ਕਿ ਜਿਹੜਾ ਐਂਗਲ ਆਫ ਇੰਸੀਡੈਂਸ ਆਈ ਹੈ ਉਹ ਹਮੇਸ਼ਾ ਐਂਗਲ ਆਫ ਰਿਫਲੈਕਸ਼ਨ ਆਰ ਦੇ ਇਕੁਅਲ ਹੁੰਦਾ ਹੈ। ਤਾਂ ਦੋਨੋਂ ਕੋਣ ਹਮੇਸ਼ਾ ਹੀ ਬਰਾਬਰ ਰਹਿੰਦੇ ਹਨ। ਆਓ ਆਪਾਂ ਮੈਥਮੈਟੀਕਲ ਪ੍ਰੋਟੈਕਟਰ ਦੀ ਹੈਲਪ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਾਕਈ ਇਹ ਜੋ ਮੈਂ ਕਿਹਾ I ਬਰਾਬਰ R ਹਮੇਸ਼ਾ ਹੀ ਹੁੰਦਾ ਹੈ ਤਾਂ ਕੀ ਹੁੰਦਾ ਵੀ ਹੈ। ਤਾਂ ਤੁਸੀਂ ਹੁਣ ਆਪਣੀਆਂ ਅੱਖਾਂ ਦੇ ਨਾਲ ਇਸ ਐਕਟੀਵਿਟੀ ਦੇ ਵਿੱਚ ਦੇਖੋ। ਮੈਂ ਬੇਟਾ ਇਸੇ ਹੀ ਪਲੇਨ ਮਿਰਰ ਦੇ ਨਾਲ ਇੱਕ ਜਿਹੜੀ D ਹੈ ਉਹ ਫੈਵੀਕਵਿਕ ਦੇ ਨਾਲ ਅਟੈਚ ਕੀਤੀ ਹੋਈ ਹੈ ਤੇ ਹੁਣ ਇਸ D ਦੇ ਵਿੱਚ ਜਿਹੜੀ 90 ਡਿਗਰੀ ਦੀ ਤੁਸੀਂ ਲਾਈਨ ਦੇਖ ਰਹੇ ਹੋ ਉਹ ਜਿਹੜੀ 90 ਡਿਗਰੀ ਦੀ ਲਾਈਨ ਹੈ ਉਹ ਅਭਿਲੰਬ ਦਾ ਕੰਮ ਕਰ ਰਹੀ ਹੈ। ਠੀਕ ਹੈ ਜੀ, ਅਭਿਲੰਬ ਯਾਨੀ ਕਿ ਨਾਰਮਲ। ਤੇ ਹੁਣ ਆਪਾਂ ਦੇਖਦੇ ਹਾਂ ਸਪੋਜ਼ ਮੈਂ ਜਿਹੜੀ D ਹੈ ਇਸ ਤਰੀਕੇ ਨਾਲ ਮਿਰਰ ਨੂੰ ਸੈੱਟ ਕਰ ਲਿਆ ਕਿ ਜਿਹੜੀ ਇਹ ਇਨਸੀਡੈਂਟ ਰੇ ਆ ਰਹੀ ਹੈ ਬੇਟਾ ਉਹ ਇਨਸੀਡੈਂਟ ਰੇ ਜਿਹੜੀ ਹੈ 60 ਡਿਗਰੀ ਦੀ ਲਾਈਨ ਦੇ ਨਾਲ ਆ ਰਹੀ ਹੈ 60 ਡਿਗਰੀ। ਤੇ ਕਿਉਂਕਿ ਜਿਹੜੀ ਆਪਾਤੀ ਕਿਰਨ ਹੈ ਉਹ 60 ਦੇ ਅਲੋਂਗ ਆ ਰਹੀ ਹੈ ਤੇ ਜਿਹੜਾ ਅਭਿਲੰਬ ਹੈ ਉਹ 90 ਵਾਲੀ ਲਾਈਨ ਦੇ ਅਲੋਂਗ ਹੈ ਤਾਂ 60 ਤੇ 90 ਦੇ ਵਿਚਕਾਰ ਕਿੰਨੇ ਡਿਗਰੀਜ਼ ਦਾ ਗੈਪ ਹੋ ਗਿਆ ਬੇਟਾ? ਹੈ ਨਾ, 30 ਡਿਗਰੀ ਦਾ। 60 ਦੇ ਅਲੋਂਗ ਕਿਹੜੀ ਆ ਰਹੀ ਹੈ? ਇਨਸੀਡੈਂਟ ਰੇ। ਉਹ 60 ਵਾਲੀ ਲਾਈਨ ਦੇ ਅਲੋਂਗ ਆ ਰਹੀ ਹੈ। 90 ਵਾਲੀ ਲਾਈਨ ਜਿਹੜੀ ਹੈ ਸਾਡਾ ਅਭਿਲੰਬ ਹੈ। ਤਾਂ ਅਭਿਲੰਬ ਤੇ ਆਪਾਤੀ ਕਿਰਨ ਇਹਨਾਂ ਦੇ ਵਿਚਕਾਰ 30 ਡਿਗਰੀ ਦਾ ਗੈਪ ਹੈ ਤਾਂ ਸਾਡਾ ਐਂਗਲ I ਜਿਹੜਾ ਹੈ ਉਹ 30 ਡਿਗਰੀ ਹੋ ਗਿਆ। ਇਸੇ ਤਰੀਕੇ ਨਾਲ ਤੁਸੀਂ ਹੁਣ ਰਿਫਲੈਕਟਿਡ ਰੇ ਦੇਖੋ। ਰਿਫਲੈਕਟਿਡ ਰੇ ਜਿਹੜੀ ਹੈ ਉਹ ਵੀ 60 ਦੇ ਅਲੋਂਗ ਆ ਰਹੀ ਹੈ। ਠੀਕ ਹੈ, ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੋ। 60 ਦੇ ਅਲੋਂਗ ਆ ਰਹੀ ਹੈ ਤਾਂ ਇਹ ਰਿਫਲੈਕਟਿਡ ਰੇ ਹੈ, ਇਹ ਵੀ 60 ਦੇ ਅਲੋਂਗ ਹੈ। ਅਭਿਲੰਬ ਸਾਡਾ ਫਿਰ ਉਹੀ 90 ਦੇ ਅਲੋਂਗ ਹੈ ਤਾਂ 90 ਤੇ 60 ਦੇ ਵਿਚਕਾਰ ਇੱਧਰ ਵੀ 30 ਡਿਗਰੀ ਦਾ ਗੈਪ ਹੈ। ਇਹਦਾ ਮਤਲਬ ਜਿਹੜਾ ਸਾਡਾ I 30 ਡਿਗਰੀ ਹੈ ਤਾਂ R ਵੀ ਕੀ ਹੈ? 30 ਡਿਗਰੀ। ਤੇ ਜੇ ਮੈਂ ਹੁਣ ਇਸ ਨੂੰ ਮੰਨ ਲਓ ਚੇਂਜ ਕਰਦਾ, ਮੈਂ ਆਪਾਤੀ ਕਿਰਨ ਨੂੰ ਹੁਣ ਫਿਰ ਮੈਂ ਮਿਰਰ ਨੂੰ ਰੋਟੇਟ ਕਰਕੇ ਥੋੜਾ ਜਿਹਾ ਜਿਹੜੀ ਆਪਾਤੀ ਕਿਰਨ ਹੈ ਉਹਨੂੰ ਮੈਂ 70 ਡਿਗਰੀ ਦੀ ਲਾਈਨ ਦੇ 70 ਵਾਲੀ ਲਾਈਨ ਦੇ ਅਲੋਂਗ ਲੈ ਆਂਦਾ। ਠੀਕ ਹੈ ਜੀ, ਜਦੋਂ ਮੈਂ 70 ਦੇ ਅਲੋਂਗ ਲੈ ਆਂਦਾ ਤਾਂ ਹੁਣ ਆਪਾਤੀ ਕਿਰਨ ਜਿਹੜੀ ਹੈ ਉਹ 70 ਦੇ ਅਲੋਂਗ ਆ ਰਹੀ ਹੈ। ਅਭਿਲੰਬ ਸਾਡਾ 90 ਦੇ ਅਲੋਂਗ ਹੈ ਤਾਂ ਫਿਰ ਐਂਗਲ I ਸਾਡਾ ਹੋ ਗਿਆ ਹੁਣ 70 ਤੇ 20 90 ਦੇ ਵਿੱਚ ਕਿੰਨਾ ਗੈਪ ਹੈ ਜੀ? 20 ਡਿਗਰੀ ਦਾ। ਤਾਂ I ਬਰਾਬਰ ਹੋ ਗਿਆ 20 ਡਿਗਰੀ। ਤੇ ਇੱਧਰ ਤੁਸੀਂ ਰਿਫਲੈਕਟਿਡ ਰੇ ਦੇਖੋ ਧਿਆਨ ਨਾਲ ਤਾਂ ਉਹ ਵੀ 70 ਦੇ ਅਲੋਂਗ ਆ ਰਹੀ ਹੈ। ਠੀਕ ਹੈ, ਤਾਂ ਇਹਦਾ ਮਤਲਬ ਹੈ ਰਿਫਲੈਕਟਿਡ ਰੇ 70 ਦੇ ਅਲੋਂਗ ਹੈ। ਰਿਫਲੈਕਟਿਡ ਤੇ ਨਾਰਮਲ ਦੇ ਵਿਚਕਾਰ 90 ਤੇ 70 ਦੇ ਵਿਚਕਾਰ ਇੱਧਰ ਵੀ 20 ਡਿਗਰੀ ਦਾ ਗੈਪ ਹੈ ਤਾਂ R ਵੀ ਸਾਡਾ 20 ਡਿਗਰੀ ਹੈ। ਇਸੇ ਤਰੀਕੇ ਨਾਲ ਹੁਣ ਇੱਕ ਸਾਡਾ ਬੜਾ ਇੰਪੋਰਟੈਂਟ ਕੁਐਸਚਨ ਹੈ, ਪਲੀਜ਼ ਇਹਨੂੰ ਧਿਆਨ ਨਾਲ ਦੇਖਦੇ ਰਹੋ। ਜਦੋਂ ਮੈਂ ਬੇਟਾ ਜਿਹੜੀ ਇਨਸੀਡੈਂਟ ਰੇ ਹੈ ਜਾਂ ਆਪਾਤੀ ਕਿਰਨ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਬਿਲਕੁਲ 90 ਡਿਗਰੀ ਦੇ ਅਲੋਂਗ ਹੀ ਕਰ ਦਿੰਦਾ, ਆ ਦੇਖੋ ਆਪਾਤੀ ਕਿਰਨ ਸਾਡੀ ਬਿਲਕੁਲ ਨਾਰਮਲ ਦੇ ਅਲੋਂਗ ਆ ਰਹੀ ਹੈ ਤਾਂ ਹੁਣ ਤੁਸੀਂ ਦੇਖੋ ਵੀ ਜਿਹੜੀ ਰਿਫਲੈਕਟਿਡ ਰੇ ਹੈ ਉਹ ਸਾਨੂੰ ਦਿਖ ਨਹੀਂ ਰਹੀ। ਅਸਲ ਦੇ ਵਿੱਚ ਹੋਇਆ ਕੀ ਹੈ? ਰਿਫਲੈਕਟਿਡ ਰੇ ਤੇ ਇਨਸੀਡੈਂਟ ਰੇ ਦੋਨੋਂ ਕੋਇਨਸਾਈਡ ਕਰ ਗਈਆਂ, ਓਵਰਲੈਪਿੰਗ ਹੋ ਗਈ। ਤਾਂ ਜਿਹੜੀ ਇਨਸੀਡੈਂਟ ਰੇ ਹੈ ਵੈਨ ਇਟ ਫਾਲਸ ਅਲੋਂਗ ਨਾਰਮਲ ਤਾਂ I ਬਰਾਬਰ ਹੋ ਗਿਆ 0 ਡਿਗਰੀ ਕਿਉਂਕਿ 90 ਦਾ ਹੀ ਅਭਿਲੰਬ ਹੈ, 90 ਵਾਲੀ ਲਾਈਨ ਦੇ ਅਲੋਂਗ ਹੀ ਆਪਾਤੀ ਕਿਰਨ ਆ ਰਹੀ ਹੈ ਤਾਂ I ਸਾਡਾ 0 ਹੋ ਗਿਆ। ਤਾਂ ਹੁਣ R ਵੀ 0 ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਜਿਹੜੀ ਰਿਫਲੈਕਟਿਡ ਰੇ ਹੈ ਉਹ ਵੀ ਅਭਿਲੰਬ ਦੇ ਨਾਲ ਹੀ ਮੁੜ ਜਾਏਗੀ ਪਰ ਡਾਇਰੈਕਸ਼ਨ ਜਿਹੜੀ ਹੈ ਉਸਦੀ ਦਿਸ਼ਾ ਉਲਟ ਹੋ ਜਾਏਗੀ। ਤਾਂ ਇਹ ਤੁਸੀਂ ਬਿਲਕੁਲ ਕਲੀਅਰ ਦੇਖ ਰਹੇ ਹੋ। ਪਰ ਜਦੋਂ ਹੁਣ ਮੈਂ ਫੇਰ ਚੇਂਜ ਕਰਦਾ, ਆ ਦੇਖੋ
ਹੁਣ ਰਿਫਲੈਕਟਡ ਰੇ ਜਿਹੜੀ ਹੈ ਸਾਨੂੰ ਫਿਰ ਨਜ਼ਰ ਆਣੀ ਸ਼ੁਰੂ ਹੋ ਗਈ, ਕਿਉਂਕਿ ਹੁਣ ਜਿਹੜਾ ਐਂਗਲ ਆਫ ਇਨਸੀਡੈਂਸ ਹੈ ਉਹ 0 ਨਹੀਂ ਹੈ, 0 ਤੋਂ ਹਟ ਕੇ ਹੈ, ਹੁਣ ਇਹ 10 ਡਿਗਰੀ ਹੈ, ਤਾਂ ਫਿਰ ਆਰ ਵੀ 10 ਡਿਗਰੀ ਹੈ। ਤੋ ਮੈਨੂੰ ਉਮੀਦ ਹੈ ਕਿ ਵੀ ਤੁਹਾਨੂੰ ਇਹ ਜਿਹੜਾ ਸਮਝ ਆ ਗਿਆ। ਦੂਸਰਾ ਜਿਹੜਾ ਲਾਅ ਹੈ ਸਾਡਾ, ਲਾਅ ਆਫ ਰਿਫਲੈਕਸ਼ਨ ਨੰਬਰ 2, ਉੱਥੇ ਅਸੀਂ ਬੇਟਾ ਇਹ ਲਿਖਦੇ ਹਾਂ ਕਿ ਦ ਇਨਸੀਡੈਂਟ ਰੇ, ਦ ਰਿਫਲੈਕਟਡ ਰੇ ਐਂਡ ਦ ਨਾਰਮਲ ਆਲ ਲਾਈ ਇਨ ਦ ਸੇਮ ਪਲੇਨ। ਠੀਕ ਹੈ ਨਾ, ਆਪਾਤੀ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ, ਠੀਕ ਹੈ, ਉਹ ਤਿੰਨੋਂ ਇੱਕੋ ਤਲ ਤੇ ਹੀ ਹੁੰਦੇ ਹਨ। ਤਲ ਦਾ ਮਤਲਬ ਹੈ ਸਰਫੇਸ। ਤਾਂ ਤੁਸੀਂ ਦੇਖੋ ਵੀ ਜਿਹੜੀ ਆਪਾਤੀ ਕਿਰਨ ਹੈ ਉਹ ਵੀ ਗੱਤੇ ਦੇ ਡੱਬੇ ਦੇ ਅਲੋਂਗ ਜਿਹੜੀ ਉਹਦੇ ਸਰਫੇਸ ਹੈ ਉਹਦੇ ਅਲੋਂਗ ਹੀ ਆ ਰਹੀ ਹੈ, ਤੇ ਰਿਫਲੈਕਟਡ ਰੇ ਜਿਹੜੀ ਹੈ ਉਹ ਵੀ ਉਸੇ ਸਰਫੇਸ ਦੇ ਉੱਪਰ ਹੈ। ਜਿਹੜੀ 90 ਡਿਗਰੀ ਦੀ ਅਭਿਲੰਬ ਵਾਲੀ ਲਾਈਨ ਹੈ ਉਹ ਵੀ ਉਸੇ ਸਰਫੇਸ ਤੇ ਹੈ। ਤਾਂ ਤਿੰਨੋਂ ਦੇ ਤਿੰਨੋਂ ਇੱਕ ਪਲੇਨ ਦੇ ਉੱਪਰ ਹੀ ਜਿਹੜੇ ਹੈ ਲਾਈ ਕਰਦੇ ਹੈ, ਇੱਕੋ ਹੀ ਸਤ੍ਹਾ ਦੇ ਉੱਪਰ ਜਿਹੜੇ ਹੁੰਦੇ ਹਨ। ਤਾਂ ਇੱਥੋਂ ਸਾਡਾ ਜਿਹੜਾ ਦੂਸਰਾ ਲਾਅ ਆਫ ਰਿਫਲੈਕਸ਼ਨ ਨੰਬਰ 2 ਉਹ ਵੀ ਸਾਡਾ ਪ੍ਰੂਵ ਹੋ ਜਾਂਦਾ ਹੈ। ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਸਮਤਲ ਦਰਪਣ ਦਾ ਜਿਹੜਾ ਪਾਰਟ ਹੈ, ਰਿਫਲੈਕਸ਼ਨ ਥਰੂ ਪਲੇਨ ਮਿਰਰ, ਉਹ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ। ਹੁਣ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਸਾਡੇ ਸਫੈਰੀਕਲ ਮਿਰਰ ਹੈ, ਉੱਤਲ ਤੇ ਅਵਤਲ, ਕਨਕੇਵ ਤੇ ਕਨਵੈਕਸ, ਉਹਦੇ ਨਾਲ ਵੀ ਅਸੀਂ ਰਿਫਲੈਕਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਟੂਡੈਂਟਸ, ਹੁਣ ਆਪਾਂ ਇਹੀ ਐਕਟੀਵਿਟੀ ਜਿਹੜੀ ਹੈ, ਮੈਂ ਇੱਕ ਦੂਸਰਾ ਬਾਕਸ ਲਿਆ ਹੈ ਔਰ ਇਸ ਬਾਕਸ ਦੇ ਵਿੱਚ ਬੇਟਾ ਮੈਂ 3 ਰੈਕਟੈਂਗੂਲਰ ਸਲਿਟਸ ਜਿਹੜੀਆਂ ਉਹ ਬਲੇਡ ਨਾਲ ਕੱਟੀਆਂ ਹੋਈਆਂ, ਜਿਨ੍ਹਾਂ ਦੇ ਵਿੱਚੋਂ 3 ਰੇਜ਼ ਆਫ ਪੈਰਲਲ ਬੀਮ ਆਫ ਲਾਈਟ ਜਿਹੜੀ ਹੈ ਉਹ ਆ ਰਹੀ ਹੈ। ਠੀਕ ਹੈ, ਯਾਨੀ ਪ੍ਰਕਾਸ਼ ਦੀਆਂ ਸਮਾਨਾਂਤਰ ਕਿਰਨਾਂ। ਤੇ ਹੁਣ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਹੈ, ਦਿਸ ਇਜ਼ ਅ ਕਨਕੇਵ ਮਿਰਰ, ਯਾਨੀ ਅਵਤਲ ਦਰਪਣ, ਜਿਸ ਦੀ ਕਿ ਅੰਦਰਲੀ ਸਤ੍ਹਾ ਜਿਹੜੀ ਹੈ ਪਰਾਵਰਤਕ ਸਤ੍ਹਾ ਹੈ, ਰਿਫਲੈਕਟਿੰਗ ਸਰਫੇਸ, ਔਰ ਇਹ ਜਿਹੜੀ ਬਾਹਰਲੀ ਸਤ੍ਹਾ ਹੈ ਇਹ ਪੋਲਿਸ਼ ਕੀਤੀ ਹੋਈ ਹੈ। ਸੋ ਲੈਟ ਅਸ ਸੀ ਵਾਟ ਹੈਪਨਸ। ਜਦੋਂ ਮੈਂ ਬੇਟਾ ਇਸ ਜਿਹੜੀ ਪੈਰਲਲ ਬੀਮ ਆਫ ਲਾਈਟ ਹੈ ਇਹ ਇਸ ਕਨਕੇਵ ਮਿਰਰ ਦੇ ਉੱਪਰ ਸਟ੍ਰਾਈਕ ਕਰਦੀ ਹੈ, ਤਾਂ ਤੁਸੀਂ ਦੇਖੋ ਹਾਊ ਅਮੇਜ਼ਿੰਗ ਇਟ ਇਜ਼ ਕਿ ਇਹ ਜਿਹੜਾ ਅਵਤਲ ਦਰਪਣ ਹੈ ਇਹਦੇ ਤੋਂ ਵੀ ਰਿਫਲੈਕਸ਼ਨ ਹੋ ਰਿਹਾ ਹੈ। ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਦਰਪਣ ਤੇ ਟਕਰਾ ਕੇ ਵਾਪਸ ਮੁੜ ਰਹੀਆਂ ਉਸੇ ਮਾਧਿਅਮ ਦੇ ਵਿੱਚ, ਪਰ ਮੁੜਨ ਦੇ ਨਾਲ ਨਾਲ ਕੀ ਹੋ ਰਿਹਾ ਹੈ, ਤੁਸੀਂ ਦੇਖੋ ਕਿ ਉਹ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਨੇ ਜਿਹੜੀਆਂ ਕਿ ਪਹਿਲਾਂ ਪੈਰਲਲ ਸੀ, ਸਮਾਂਤਰ ਸੀ, ਉਹ ਹੁਣ ਇੱਕ ਦੂਜੇ ਦੇ ਬਿਲਕੁਲ ਨੇੜੇ ਹੋ ਗਈਆਂ। ਤੇ ਜਦੋਂ ਮੈਂ ਆ ਦੇਖੋ, ਇਹ ਅੱਗੇ ਜਾ ਕੇ ਦੇਖੋ, ਇਹ ਤਿੰਨੋਂ ਦੀਆਂ ਤਿੰਨੋਂ ਕਿਰਨਾਂ ਇੱਕ ਬਿੰਦੂ ਤੇ ਆ ਕੇ ਇੱਥੇ ਮਿਲ ਗਈਆਂ। ਦਿਸ ਇਜ਼ ਕਾਲਡ ਕਨਵਰਜਿੰਗ ਪੁਆਇੰਟ, ਕਨਵਰਜਿੰਗ ਪੁਆਇੰਟ। ਠੀਕ ਹੈ ਨਾ ਜੀ, ਇੱਥੇ ਆ ਕੇ ਇਹ ਰੇਜ਼ ਜਿਹੜੀਆਂ ਮਿਲ ਗਈਆਂ। ਔਰ ਜੇ ਮੈਂ ਇਹਨੂੰ ਇੱਥੇ ਵੀ ਰੱਖਾਂ, ਦੇਖੋ ਬਿਲਕੁਲ ਸਿੱਧਾ ਵੀ, ਤਾਂ ਇਹ ਆ ਦੇਖੋ, ਇਹ ਇੱਥੇ ਆ ਕੇ ਇਹ ਤਿੰਨੋਂ ਕਿਰਨਾਂ ਮਿਲ ਗਈਆਂ। ਔਰ ਅਗਰ ਮੈਂ ਇਸ ਇੱਥੇ ਇੱਕ ਪੁਆਇੰਟ ਡਿਨੋਟ ਕਰਦਾ, ਤਾਂ ਉਹ ਬਿੰਦੂ ਜਿੱਥੇ ਇਹ ਤਿੰਨੋਂ ਕਿਰਨਾਂ ਆ ਕੇ ਮਿਲ ਰਹੀਆਂ, ਇਹ ਇਸ ਦਾ ਰਫ ਫੋਕਸ ਹੈ ਜੀ। ਠੀਕ ਹੈ, ਇਹਨੂੰ ਫੋਕਸ ਪੁਆਇੰਟ ਕਹਿੰਦੇ ਆ, ਪ੍ਰਿੰਸੀਪਲ ਫੋਕਸ ਆਫ ਕਨਕੇਵ ਮਿਰਰ। ਔਰ ਇੱਥੇ ਇਹ ਬਿੰਦੂ ਨੂੰ ਅਗਰ ਮੈਂ ਐਫ ਇੱਥੇ ਮਾਰਕ ਕਰਨ ਲੱਗਿਆ, ਆਈ ਲੈਟ ਅਸ ਸੀ ਕਿ ਇਸ ਪੁਆਇੰਟ ਨੂੰ ਇੱਥੇ ਦੇਖੋ, ਇਹ ਦਿਸ ਇਜ਼ ਦਾ ਪੁਆਇੰਟ, ਇਸ ਪੁਆਇੰਟ ਨੂੰ ਮੈਂ ਇੱਥੇ ਮਾਰਕ ਕਰ ਲਿਆ। ਔਰ ਅਗਰ ਮੈਂ ਇਸ ਨੂੰ ਐਫ ਦਾ ਨਾਮ ਦੇ ਦਾਂ, ਤਾਂ ਇਸ ਮਿਰਰ ਤੋਂ ਲੈ ਕੇ ਐਫ ਪੁਆਇੰਟ ਤੱਕ ਦੀ ਜਿਹੜੀ ਦੂਰੀ ਹੈ, ਜਿਹਨੂੰ ਅਸੀਂ ਡਿਸਟੈਂਸ ਬਿਟਵੀਨ ਪੋਲ ਐਂਡ ਪ੍ਰਿੰਸੀਪਲ ਫੋਕਸ ਕਹਿੰਦੇ ਹਾਂ, ਤਾਂ ਉਹ ਸਾਡੀ ਫੋਕਲ ਲੈਂਥ ਆ ਜਾਏਗੀ। ਸੋ ਇਸ ਤਰੀਕੇ ਦੇ ਨਾਲ ਅਸੀਂ ਰਫ ਫੋਕਲ ਲੈਂਥ ਜਿਹੜੀ ਹੈ ਉਹ ਵੀ ਮੈਜਰ ਕਰ ਸਕਦੇ ਹਾਂ। ਦਿਸ ਇਜ਼ ਵੈਰੀ ਬਿਊਟੀਫੁਲ। ਯੂ ਅਗੇਨ ਸੀ, ਚਾਹੇ ਕਿਸੇ ਵੀ ਡਾਇਰੈਕਸ਼ਨ ਚੈੱਕ ਕਰ ਲਓ, ਇਹ ਤਿੰਨੋਂ ਦੀਆਂ ਤਿੰਨੋਂ ਜਿਹੜੀ ਪੈਰਲਲ ਬੀਮ ਹੈ ਉਹ ਆਫਟਰ ਰਿਫਲੈਕਸ਼ਨ ਫਰੋਮ ਦਾ ਮਿਰਰ ਇਟ ਗੈਟਸ ਕਨਵਰਜਡ। ਠੀਕ ਹੈ ਨਾ, ਐਟ ਅ ਪੁਆਇੰਟ, and the point is called principal focus। ਇਸੇ ਕਰਕੇ ਕਨਕੇਵ ਮਿਰਰ is also known as converging mirror। ਪੰਜਾਬੀ ਦੇ ਵਿੱਚ ਅਸੀਂ ਨੂੰ ਕਹਿੰਦੇ ਆ ਅਵਤਲ ਦਰਪਣ ਨੂੰ ਅਭਿਸਾਰੀ ਦਰਪਣ ਵੀ ਆਖਦੇ ਹਨ। ਅਭਿਸਾਰੀ ਕਿ ਇਸਨੇ ਸਾਰੀਆਂ ਕਿਰਨਾਂ ਨੂੰ ਇੱਕ ਬਿੰਦੂ ਤੇ ਇਕੱਠਾ ਕਰ ਦਿੰਦਾ ਹੈ, ਅਭਿਸਾਰਿਤ ਕਰ ਦਿੰਦਾ ਹੈ। ਠੀਕ ਹੈ ਜੀ। ਨਾਓ ਨੈਕਸਟ ਆਈ ਹੈਵ, ਮੇਰੇ ਹੱਥ 'ਚ ਦੂਸਰਾ ਜਿਹੜਾ ਮਿਰਰ ਹੈ ਉਹ ਹੈ ਉੱਤਲ ਦਰਪਣ, ਯਾਨੀ ਕਿ ਕਨਵੈਕਸ ਮਿਰਰ। ਤਾਂ ਕਨਵੈਕਸ ਮਿਰਰ ਕੀ ਕਰਦਾ ਹੈ, ਇਸ ਦੇ ਕੰਪੈਰੀਜ਼ਨ ਦੇ ਵਿੱਚ ਅਸੀਂ ਦੇਖਦੇ ਹਾਂ। ਹੁਣ ਦੇਖੋ, ਪੈਰਲਲ ਬੀਮ ਆਫ ਲਾਈਟ ਜਦੋਂ ਕਨਵੈਕਸ ਮਿਰਰ ਦੇ ਉੱਪਰ ਫਾਲ ਕਰਦੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕੀ ਹੋ ਰਿਹਾ ਹੈ। ਇਹ ਜਿਹੜੀ ਕਨਵੈਕਸ ਮਿਰਰ ਦੇ ਉੱਪਰ ਪੈਰਲਲ ਬੀਮ ਜਦੋਂ ਫਾਲ ਕਰਦੀ ਹੈ, ਤਾਂ ਆਫਟਰ ਰਿਫਲੈਕਸ਼ਨ ਦੇਖੋ ਕੀ ਹੋਇਆ, ਇਸਨੇ ਕਿਰਨਾਂ ਨੂੰ ਇਕੱਠਾ ਕਰਨ ਦੀ ਬਜਾਏ ਉਹਨਾਂ ਨੂੰ ਉਲਟਾ ਖਿੰਡਾ ਦਿੱਤਾ। ਠੀਕ ਹੈ ਨਾ, ਦਿਸ ਇਜ਼ ਕਾਲਡ ਡਾਈਵਰਜੈਂਸ, ਡਾਈਵਰਜਿੰਗ ਮਿਰਰ। ਕਨਵੈਕਸ ਮਿਰਰ ਇਜ਼ ਨੋਨ ਐਜ਼ ਡਾਈਵਰਜਿੰਗ ਮਿਰਰ। ਔਰ ਇਹ ਰੇਜ਼ ਕਿਧਰੇ ਵੀ ਮਿਲਣਗੀਆਂ ਨਹੀਂ ਐਕਚੁਅਲੀ, ਲੇਕਿਨ ਜਦੋਂ ਇਹਨਾਂ ਨੂੰ ਅਸੀਂ ਬੁੱਕ ਦੇ ਵਿੱਚ ਡਾਇਗਰਾਮ ਦੇਖਦੇ ਹਾਂ, ਵੀ ਜਦੋਂ ਇਹਨਾਂ ਨੂੰ ਅਸੀਂ ਬੈਕਵਰਡ ਪ੍ਰੋਡਿਊਸ ਕਰਦੇ ਹਾਂ, ਇਹ ਇਸ ਤਰ੍ਹਾਂ ਸਾਨੂੰ ਜਾਪਦਾ ਹੈ ਵੀ ਇਹ ਤਿੰਨੋਂ ਦੀਆਂ ਤਿੰਨੋਂ ਕਿਰਨਾਂ ਕਿਸੇ ਇੱਕ ਬਿੰਦੂ ਵਿੱਚੋਂ ਨਿਕਲ ਕੇ ਆ ਰਹੀਆਂ ਨੇ। ਦ ਰੇਜ਼ ਆਰ ਡਾਈਵਰਜਿੰਗ ਫਰੋਮ ਅ ਪੁਆਇੰਟ, ਤੇ ਉਸ ਪੁਆਇੰਟ ਨੂੰ ਅਸੀਂ ਫੋਕਲ ਪੁਆਇੰਟ ਜਿਹੜਾ ਮੰਨ ਲੈਂਦੇ ਹਾਂ। ਠੀਕ ਹੈ ਜੀ, ਐਂਡ ਦੈਟ ਇਜ਼ ਦਾ ਵਰਚੁਅਲ ਫੋਕਸ। ਤੇ ਇਸ ਦਾ ਕੋਈ ਰੀਅਲ ਫੋਕਸ ਨਹੀਂ ਹੁੰਦਾ, ਕਿਉਂਕਿ ਰੇਜ਼ ਐਕਚੁਅਲੀ ਤਾਂ ਮੀਟ ਹੀ ਨਹੀਂ ਕਰਦੀਆਂ, ਬਟ ਦੇ ਅਪੀਅਰ ਟੂ ਡਾਈਵਰਜ ਫਰੋਮ ਅ ਪੁਆਇੰਟ
एंड दैट पॉइंट इज कॉल्ड प्रिंसिपल फोकस ऑफ द कन्वैक्स मिरर। तो कन्वैक्स मिरर का जिहड़ा फोकस है वो उसके रिफ्लैक्टिंग सरफेस की बैक साइड ते होएगा इत्थे, ठीक है ना जी, इस इधर होएगा। जबकि कनकेव मिरर का जिहड़ा प्रिंसिपल फोकस है उसकी जिहड़ी रिफ्लैक्टिंग फेस है, जिहड़ा रिफ्लैक्टिंग सरफेस है वो बिल्कुल सामने है, वो देखो तुसीं, क्योंकि वो सामने रेज जिहड़ियां मीट कर रही हैं, तो यही रिफ्लैक्टिंग सरफेस है और ये सामने ही फोकस आंदा है। जबकि कन्वैक्स मिरर विच रिफ्लैक्टिंग सरफेस तो ये है, पर रिफ्लैक्टिंग सरफेस वाले पासे जिहड़ियां रेज ऑफ लाइट है वो कदे भी नहीं मीट करदियां, बल्कि इस तरह लगता है कि वो पिछों किसी एक पॉइंट विचों निकल के आ रही हैं, तो जिहड़े पिछों दी जिस पॉइंट तो निकल के आ रही हैं वो प्रिंसीपल फोकस हुंदा है। तो फिर इस तरीके दे नाल असी कन्वैक्स मिरर का नाम जिहड़े द अदर नेम इज़ डाइवर्जिंग मिरर, पंजाबी च इहनूं अपसारी दर्पण आखदे हन, ते जिहड़ा साडा अवतल दर्पण है इसनूं असी अभिसारी यानी कन्वर्जिंग मिरर जिहड़ा वो नाम दिता है। सो आई होप कि तुहानूं रिफ्लैक्शन फ्रॉम प्लेन मिरर ते रिफ्लैक्शन फ्रॉम स्फेरिकल मिरर जिहड़ा ये कॉन्सैप्ट जिहड़ा इस एक्टिविटी दे नाल बहुत ज़्यादा क्लीयर हो गया होएगा। ਜਦੋਂ ਹੁਣ ਤੁਸੀਂ ਰਿਫਲੈਕਸ਼ਨ ਬਾਰੇ ਸਮਝ ਚੁੱਕੇ ਹੋ ਤਾਂ ਹੁਣ ਸਾਡਾ ਇੱਕ ਹੋਰ ਕੁਐਸਚਨ ਹੈ ਕਿ ਸਮਤਲ ਦਰਪਣ ਵਿੱਚ ਬਣੇ ਪ੍ਰਤੀਬਿੰਬ ਦੇ ਲੱਛਣ ਕੀ ਹੁੰਦੇ ਹਨ। ਵਾਟ ਆਰ ਦਾ ਕੈਰੈਕਟਰਿਸਟਿਕਸ ਆਫ ਇਮੇਜ ਫਾਰਮਡ ਬਾਈ ਅ ਪਲੇਨ ਮਿਰਰ। ਸੋ ਸਟੂਡੈਂਟਸ ਵੀ ਹੈਵ ਅ ਪਲੇਨ ਮਿਰਰ ਔਰ ਉਹਦੇ ਸਾਹਮਣੇ ਮੈਂ ਇੱਕ ਸਕੇਲ ਬਣਾ ਕੇ ਰੱਖਿਆ ਹੈ ਜਿਹਦੇ ਤੇ ਮੈਂ ਨੰਬਰ ਮਾਰਕ ਕੀਤੇ ਹੈ ਡਿਜਿਟਸ 0 to 9 ਤੇ ਇਹ ਮੇਰੇ ਕੋਲ ਇੱਕ ਆਬਜੈਕਟ ਹੈ ਵਸਤੂ, ਠੀਕ ਹੈ। ਹੁਣ ਅਸੀਂ ਦੇਖਦੇ ਹਾਂ ਕਿ ਵਸਤੂ ਦੇ ਜਿਹੜੇ ਪ੍ਰਤੀਬਿੰਬ ਹੈ ਪਲੇਨ ਮਿਰਰ ਦੇ ਵਿੱਚ ਜੋ ਇਸ ਦਾ ਇਮੇਜ ਹੈ ਉਸਦੇ ਕੀ ਕੀ ਕੈਰੈਕਟਰਿਸਟਿਕਸ ਹੈ ਜਾਂ ਲੱਛਣ ਹੈ। तो सपोज मैं वस्तु ਨੂੰ ਇੱਥੇ ਰੱਖ ਦਿੱਤਾ। ਹੁਣ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਆਪਾਂ ਲਿਖਦੇ ਹਾਂ, ਸਮਤਲ ਦਰਪਣ ਦੇ ਵਿੱਚ ਬਣਿਆ ਪ੍ਰਤੀਬਿੰਬ ਹਮੇਸ਼ਾ ਸਿੱਧਾ ਹੁੰਦਾ ਹੈ, ਠੀਕ ਹੈ। ਇਮੇਜ ਫਾਰਮਡ ਇਜ਼ ਆਲਵੇਜ਼ ਇਰੈਕਟ। तो इरेक्ट तो या सीधे तो की भाव है कि अपसाइड इज दी अपसाइड है और डाउनसाइड डाउनसाइड है, यानी अपसाइड डाउनसाइड नहीं हो रही, तो अपसाइड इज अपसाइड देयर एंड डाउनसाइड इज डाउनसाइड देयर। तो इसका मतलब है इमेज फॉर्मड जिहड़ा इरेक्ट है, प्रतिबिंब सीधा बनता है। नंबर 2 ते ਅਸੀਂ ਕਹਿੰਦੇ ਹਾਂ ਕਿ ਜਿਹੜਾ प्रतिबिंब ਦਾ आकार है, ਜਿਹੜਾ साइज है वो वस्तु के साइज के हमेशा बराबर होंगे। प्रतिबिंब का साइज ते वस्तु का साइज हमेशा एक बराबर रहता है प्लेन मिरर दे विच। नंबर 3 ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਜਿਹੜਾ प्रतिबिंब है ਉਹ ਦਰਪਣ ਦੇ ਪਿੱਛੇ ਉਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਨੂੰ ਦਰਪਣ ਦੇ ਸਾਹਮਣੇ ਰੱਖਿਆ ਜਾਂਦਾ ਹੈ। तो ਤੁਸੀਂ ਦੇਖੋ ਵੀ ਮੈਂ ਇਹਨੂੰ 7 ਨੰਬਰ ਦੇ ਮਾਰਕ ਤੇ ਰੱਖਿਆ ਵਸਤੂ ਨੂੰ, ਤਾਂ ਉਸਦਾ ਇਮੇਜ ਦੇਖੋ ਉੱਥੇ 7 ਨੰਬਰ ਦੇ ਮਾਰਕ ਤੇ ਤੁਹਾਨੂੰ ਦਿਖਾਈ ਦੇ ਰਿਹਾ ਹੈ। ਤੇ ਜੇ ਮੈਂ ਇਸ ਨੂੰ ਮੂਵ ਕਰਕੇ 5 ਨੰਬਰ ਤੇ ਲੈ ਜਾਵਾਂ ਤਾਂ ਜਿਹੜਾ ਇਮੇਜ ਹੈ ਉਹ ਵੀ 5 ਤੇ ਆ ਗਿਆ। ਜੇ ਮੈਂ ਇਹਨੂੰ ਮੂਵ ਕਰਕੇ 3 ਤੇ ਲੈ ਜਾਵਾਂ ਤਾਂ ਉੱਥੇ ਜਿਹੜਾ ਪ੍ਰਤੀਬਿੰਬ ਹੈ ਉਹ ਵੀ 3 ਤੇ ਆ ਗਿਆ। ਇਸ ਦਾ ਮਤਲਬ ਜਿੰਨਾ ਵਸਤੂ ਨੂੰ ਅੱਗੇ ਕਰੋ ਉਧਰੋਂ ਪ੍ਰਤੀਬਿੰਬ ਅੱਗੇ ਆ ਜਾਂਦਾ ਹੈ, ਪਿੱਛੇ ਕਰੋ ਤਾਂ ਪਿੱਛੇ ਹੋ ਜਾਂਦਾ ਹੈ। तो इस करके ਜਿਹੜਾ ਪੁਆਇੰਟ ਨੰਬਰ 3 ਹੈ ਕਿ ਪ੍ਰਤੀਬਿੰਬ ਦਰਪਣ ਦੇ ਪਿੱਛੇ ਉਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਨੂੰ ਦਰਪਣ ਦੇ ਸਾਹਮਣੇ ਰੱਖਿਆ ਜਾਂਦਾ ਹੈ। ਨੰਬਰ 4 ਕਿ ਜਿਹੜਾ ਪ੍ਰਤੀਬਿੰਬ ਹੈ ਉਹ ਆਭਾਸੀ ਬਣਦਾ ਹੈ, ਯਾਨੀ ਇਮੇਜ ਇਜ਼ ਵਰਚੁਅਲ, ਕਿਉਂਕਿ ਇਸ ਇਮੇਜ ਨੂੰ ਅਸੀਂ ਸਕਰੀਨ ਦੇ ਉੱਪਰ ਪਰਦੇ ਤੇ ਪ੍ਰਾਪਤ ਨਹੀਂ ਕਰ ਸਕਦੇ। एंड नंबर 5 इज अनदर वी हैव कि इमेज फॉर्मड इज लेटरली इनवर्टेड, यानी ये उल्ट पासवा परावर्तित होता है प्रतिबिंब। तो उसके लिए एक एक्टिविटी भी है साडे कोल कि जिवें तुसीं एंबूलेंस वैन दे विंड स्क्रीन दे ऊपर देखते हो बेटा, तो इस तरह उहदे ते कुछ इस तरह का लिखिया हुंदा है एंबूलेंस, जो मैं कागज दे ऊपर लिखे, ठीक है। ये इस तरह क्यों लिखिया हुंदा है, तो तुसीं इहदा इमेज देखो जरा, इमेज दे विच बिल्कुल सारे लैटर सीधे हो गए, क्योंकि इमेज दे विच की हो गया, जिहड़ा सज्जा पासा है वो खब्बा अपीयर हो रहा है ਤੇ ਖੱਬਾ ਜਿਹੜਾ ਉਹ ਸੱਜਾ ਅਪੀਅਰ ਹੋ ਰਿਹਾ ਹੈ, ਰਾਈਟ ਅਪੀਅਰਸ ਲੈਫਟ, ਲੈਫਟ ਅਪੀਅਰਸ ਰਾਈਟ। तो ਇਹ ਇਸ ਕਰਕੇ ਕੀ ਹੁੰਦਾ ਹੈ ਕਿ ਜਿਹੜਾ ਇਹ ਬੜੀ ਇੰਪੋਰਟੈਂਟ ਪ੍ਰੋਪਰਟੀ ਹੈ ਪਲੇਨ ਮਿਰਰ ਦੇ ਵਿੱਚ ਜਿਹੜਾ ਇਮੇਜ ਬਣਦਾ ਹੈ, ਤੇ ਠੀਕ ਹੈ ਨਾ। ਇਸੇ ਪ੍ਰੋਪਰਟੀ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਜਿਹੜੀ ਐਂਬੂਲੈਂਸ ਦੇ ਅੱਗੇ ਜਿਹੜਾ ਗੱਡੀ ਜਾ ਰਹੀ ਹੈ ਕੋਈ, ਤਾਂ ਉਸਦਾ ਜਿਹੜਾ ਡਰਾਈਵਰ ਹੈ ਆਪਣੇ ਸਾਈਡ ਮਿਰਰ ਤੋਂ ਹੀ ਦੇਖ ਕੇ ਉਹਨੂੰ ਪਤਾ ਚੱਲ ਜਾਂਦਾ ਹੈ ਵੀ ਐਂਬੂਲੈਂਸ ਆ ਰਹੀ ਹੈ, ਤਾਂ ਉਸ ਨੂੰ ਸਾਈਡ ਦੇ ਦਿੰਦਾ ਹੈ। ਸੋ ਇਮੇਜ ਫਾਰਮਡ ਇਜ਼ ਲੇਟਰਲੀ ਇਨਵਰਟਿਡ, यानी उल्ट पासवा